जेता समुंद सागर नीर भरिया, तेते अवगन हमारे। दया करहो किश मेहर उपावहो, डुबदे पत्थर तारे। दया करहो किश मेहर उपावहो, डुबदे पत्थर तारे। परम सत्कारयोग चबर छतर तख्त दे मालक, गरीब निवाज सतगुरु श्री गुरु ग्रंथ साहिब जी, तिन्हां दी हजूरी दे अंदर सुभाएमान सतसंगी जनों वडभागे हाँ। सतगुरु जी दी मुबारक गोद अंदर बैठ के इतिहास नूं विचारण दा सुभाग समा प्राप्त होया है। सो कल आपां इस इतिहास नूं विचारिया सी। 1734 ईस्वी दे विच भाई मणी सिंह जकरिया खान दे कोल अपना सुनेहा पहुँचाउंदा है कि सानू दरबार साहिब विखे सरबत खालसा करन दिता जावे। जकरिया खान इजाजत दिंदा है, 10,000 रुपये की मंग रखदा है। इजाजत देण तो बाद उसकी नीयत बदनीत हो जाती है। वो अपने वल्लों हमला करन की कोशिश करदा है, पर सिख इस गल नूं समझ जाते हैं। वो ना दिवाली ते ना विसाखी ते सरबत खालसा करते हैं। आखिर जदों 10,000 रुपया सिखां वल्लों नहीं दिता जाता, जकरिया खान भाई मणी सिंह, भाई भूपत सिंह, भाई रण सिंह, भाई चित्तर सिंह, भाई गुरबख्श सिंह अते सत्कारयोग बीबी बसंत कौर जो भाई मणी सिंह की धर्म सुपत्नी है, इन्हां नूं गिरफ्तार करके निखास चौंक दे विच लिजा के शहीद कर दिता जाता है। ये इतिहास नूं आपां कल दे दीवान अंदर विचारिया सी। अगली विचार आरंभ करन तो पहलां साहिबे कमाल श्री गुरु गोबिंद सिंह साहिब जी तिन्हां वल्लों बख्शिश कीती होई फतेह दे नाल सांझ पाईए। वलाओ फतेह। वाहिगुरु जी का खालसा, वाहिगुरु जी की फतेह। 1734 ईस्वी दे विच भाई मणी सिंह की शहादत हुंदी है। इस तो बाद सिख अपने तौर ते राय मशवरा करते हैं, सलाह करते हैं। समुचे सिख पंथ नूं दो हिस्सियां दे विच वंड दिता जांदा है। एक बुढ़ा दल ते दूसरा तरना दल। तरना कहा जाता है जवानी नूं। एक दल बनाया गया नौजवानों का, एक दल बना दिता गया बजुर्ग गुरसिखां का। ये दो दलों के विच कौम नूं वंडिया गया ते अगे इन्हां दे 5-5 जथे बनाए गए। बुढ़े दल दे अगे 5 जथे बना दिते गए, तरना दल दे भी अगे 5 जथे बना दिते गए। शहीद बाबा दीप सिंह
ਇਹ ਬੁੱਢੇ ਦਲ ਦਾ ਜਥੇਦਾਰ ਸੀ। ਸ਼ਹੀਦ ਬਾਬਾ ਦੀਪ ਸਿੰਘ ਅਸੀਂ ਸਾਰੇ ਹੀ ਜਾਣਦੇ ਹਾਂ। ਇੱਕ ਜਥੇ ਦਾ ਮੁਖੀ ਦੀਪ ਸਿੰਘ ਨੂੰ ਬਣਾਇਆ ਗਿਆ ਬੁੱਢਾ ਦਲ ਦੇ ਵਿੱਚ। ਇੱਕ ਜਥੇ ਦਾ ਮੁਖੀ ਦਸੌਂਦਾ ਸਿੰਘ ਬਣਾਇਆ ਗਿਆ। ਬਾਕੀ ਜਿਹੜੇ 3 ਜਥੇ ਬਚ ਗਏ ਹੈ, ਉਹਨਾਂ ਦੇ 2-2 ਮੁਖੀ ਬਣਾਏ ਗਏ, ਕਿਉਂਕਿ ਬਜ਼ੁਰਗ ਸਨ ਸਾਰੇ ਹੀ। ਇਸ ਕਰਕੇ 3 ਜਥਿਆਂ ਦੇ ਜੋ ਮੁਖੀ ਹਨ ਉਹ 2-2 ਬਣਾ ਦਿੱਤੇ ਗਏ। ਇੱਕ ਜਥੇ ਦਾ ਜੋ ਮੁਖੀ ਹਨ ਉਹ ਜੀਵਨ ਸਿੰਘ ਤੇ ਵੀਰ ਸਿੰਘ, ਇਹਨਾਂ ਨੂੰ ਬਣਾਇਆ ਗਿਆ। ਇਹ ਜੀਵਨ ਸਿੰਘ ਉਹ ਨਹੀਂ ਹੈ ਜੋ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਆਉਂਦਾ, ਇਹ ਜੀਵਨ ਸਿੰਘ ਹੋਰ ਹੈ। ਇੱਕ ਜਥੇ ਦੇ 2 ਮੁਖੀ ਬਣਾਏ ਗਏ, ਕਾਹਨ ਸਿੰਘ ਤੇ ਵਿਨੋਦ ਸਿੰਘ। ਤੇ ਜੋ 5ਵਾਂ ਜਥਾ ਹੈ ਉਸ ਜਥੇ ਦੇ ਮੁਖੀ ਬਣਾਏ ਗਏ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਇਹ ਜੋ ਬੁੱਢੇ ਦਲ ਦੇ ਅੱਗੇ 5 ਜਥੇ ਬਣਾਏ ਗਏ ਆ, ਉਹਨਾਂ ਦੇ ਮੁਖੀ ਬਣਾਏ ਗਏ। ਤੇ ਦੂਸਰਾ ਜੋ ਦਲ ਬਣਾਇਆ ਗਿਆ ਉਹ ਹੈ ਨੌਜਵਾਨਾਂ ਦਾ, ਤਰਨਾ ਦਲ। ਉਹਨਾਂ ਦੇ ਵੀ 5 ਜਥੇ ਬਣਾਏ ਗਏ। ਪਹਿਲੇ ਜਥੇ ਦਾ ਮੁਖੀ ਬਣਾਇਆ ਗਿਆ ਸੁੱਖਾ ਸਿੰਘ। ਦੂਸਰੇ ਜਥੇ ਦਾ ਮੁਖੀ ਬਣਾਇਆ ਗਿਆ ਭਾਈ ਸ਼ਾਮ ਸਿੰਘ। ਤੀਸਰੇ ਦਾ ਭਾਈ ਗੁਰਦਿਆਲ ਸਿੰਘ। ਚੌਥੇ ਦਾ ਭਾਈ ਗੁਰਬਖਸ਼ ਸਿੰਘ ਤੇ 5ਵੇਂ ਦਾ ਭਾਈ ਬਾਗ ਸਿੰਘ। ਸੋ ਇਸ ਤਰੀਕੇ ਦੇ ਨਾਲ ਇਹ 5 ਜਥੇ ਬੁੱਢਾ ਦਲ ਦੇ ਅਤੇ ਤਰਨਾ ਦਲ ਦੇ ਇਸ ਤਰ੍ਹਾਂ ਕੌਮ ਨੂੰ ਵੰਡ ਦਿੱਤਾ ਗਿਆ ਦਲਾਂ ਦੇ ਵਿੱਚ। ਉਦੋਂ ਹਾਲਾਤਾਂ ਦੇ ਮੁਤਾਬਕ ਵੰਡਣਾ ਜ਼ਰੂਰੀ ਸੀ। ਇਸ ਕਰਕੇ ਨੌਜਵਾਨਾਂ ਦਾ ਦਲ ਵੱਖਰਾ ਬਣਾ ਦਿੱਤਾ ਗਿਆ। ਹੁਣ ਨੌਜਵਾਨ ਜੋ ਦਲ ਦੇ ਵਿੱਚ ਹਨ ਉਹਨਾਂ ਦਾ ਕੰਮ ਕੀ ਹੈ? ਜੰਗਾਂ ਕਰਨੀਆਂ। ਤੇ ਜੋ ਬੁੱਢਾ ਦਲ ਹੈ ਉਸ ਦਾ ਕੰਮ ਕੀ ਹੈ? ਲੰਗਰਾਂ ਦੇ ਵਿੱਚ ਸੇਵਾ ਕਰਨੀ, ਗੁਰੂ ਘਰਾਂ ਦੀ ਸਾਂਭ ਸੰਭਾਲ ਕਰਨੀ। ਉਹ ਜੰਗ ਨਹੀਂ ਕਰ ਸਕਦੇ। ਸਮੇਂ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਸਮੁੱਚੇ ਸਿੱਖ ਪੰਥ ਨੂੰ, ਕੌਮ ਨੂੰ 2 ਦਲਾਂ ਦੇ ਵਿੱਚ ਵੰਡ ਦਿੱਤਾ ਗਿਆ 1734 ਈਸਵੀ ਦੇ ਵਿੱਚ। 1734 ਦੇ ਵਿੱਚ 1-2 ਘਟਨਾਵਾਂ ਅਹਿਮ ਹਨ ਜੋ ਘਟਦੀਆਂ ਹਨ, ਜਿਨ੍ਹਾਂ ਦਾ ਆਪਾਂ ਅੱਜ ਜ਼ਿਕਰ ਕਰਨਾ ਹੈ। ਇੱਕ ਘਟਨਾ ਹੈ, ਇਸ ਸਮੇਂ ਦੇ ਦੌਰਾਨ ਭਾਈ ਦਰਬਾਰਾ ਸਿੰਘ ਅਕਾਲ ਚਲਾਣਾ ਕਰ ਜਾਂਦੇ ਹਨ। ਇਹ ਦਰਬਾਰਾ ਸਿੰਘ ਅਤੇ ਨਵਾਬ ਕਪੂਰ ਸਿੰਘ ਨੇ ਹੀ ਜਥੇ ਬਣਾਏ ਹਨ। ਕਪੂਰ ਸਿੰਘ ਫੈਜ਼ਲਪੁਰੀਆ, ਜਿਸ ਨੂੰ ਨਵਾਬੀ ਪਹਿਨਾਈ ਗਈ ਸੀ। ਇਹ ਦਰਬਾਰਾ ਸਿੰਘ ਬਹੁਤ ਹੀ ਗੁਰੂ ਨੂੰ ਸਮਰਪਿਤ ਗੁਰਸਿੱਖ ਸੀ, ਬਾਣੀ ਪੜ੍ਹਨ ਵਾਲਾ, ਬਾਣੀ ਨੂੰ ਵਿਚਾਰਨ ਵਾਲਾ, ਬਾਕੀ ਫੈਸਲੇ ਲੈਣੇ। ਇਹ ਦਰਬਾਰਾ ਸਿੰਘ ਬਹੁਤ ਜ਼ਿਆਦਾ ਸੂਝਵਾਨ ਗੁਰਸਿੱਖ ਸੀ, ਲੇਕਿਨ ਇਹ ਇਸ ਸਮੇਂ ਦੇ ਦੌਰਾਨ ਅਕਾਲ ਚਲਾਣਾ ਕਰ ਜਾਂਦਾ। ਇਹ ਦਰਬਾਰਾ ਸਿੰਘ ਨੇ ਹੀ ਸਭ ਤੋਂ ਪਹਿਲਾਂ ਭਾਈ ਸਵੇਗ ਸਿੰਘ ਨੂੰ ਕਹਿਆ ਸੀ ਵੀ ਅਸੀਂ ਕਦੋਂ ਚਾਹਿਆ ਵੀ ਸਾਨੂੰ ਜ਼ਕਰੀਆ ਖਾਨ ਨਵਾਬੀ ਦੇਵੇ, ਅਸੀਂ ਤਾਂ ਇਹ ਕੋਈ ਮੰਗ ਹੀ ਨਹੀਂ ਰੱਖੀ ਉਹਦੇ ਅੱਗੇ। ਇਹ ਦਰਬਾਰਾ ਸਿੰਘ ਨੇ ਹੀ ਪਹਿਲਾਂ ਇਨਕਾਰ ਕੀਤਾ ਸੀ ਵੀ ਸਾਨੂੰ ਨਵਾਬੀ ਦੀ ਲੋੜ ਕੋਈ ਨਹੀਂ। ਇਹ ਦਰਬਾਰਾ ਸਿੰਘ ਹੈ, ਅਕਾਲ ਚਲਾਣਾ ਕਰ ਜਾਂਦਾ। ਸਿੱਖਾਂ ਦੇ ਅੰਦਰ ਇੱਕ ਨਿਰਾਸ਼ਾ ਦੀ ਲਹਿਰ ਦੌੜ ਜਾਂਦੀ ਹੈ, ਸੋਗ ਦੀ ਲਹਿਰ ਦੌੜ ਜਾਂਦੀ ਹੈ, ਬਹੁਤ ਘਾਟਾ ਮਹਿਸੂਸ ਕੀਤਾ ਜਾਂਦਾ। ਲੇਕਿਨ ਆਖਰ ਤਾਂ ਗੁਰਬਾਣੀ ਦਾ ਹੀ ਆਸਰਾ ਲੈਣਾ ਪੈਂਦਾ। ਧਰ ਜੀ ਅਰੇ ਇੱਕ ਟੇਕ ਤੂੰ ਲਾਹਾ ਵਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਆਖਰ ਥੋੜ੍ਹੇ ਸਮੇਂ ਦੇ ਵਿੱਚ ਸਿੱਖ ਉਸ ਜੋ ਸੋਗ ਦਾ ਮਾਹੌਲ ਬਣਿਆ ਹੋਇਆ ਉਸ ਦੇ ਵਿੱਚੋਂ ਬਾਹਰ ਆਉਂਦੇ ਹੈ, ਲੇਕਿਨ ਇਹਦੀ ਘਾਟ ਨੂੰ ਬਹੁਤ ਮਹਿਸੂਸ ਕੀਤਾ ਜਾਂਦਾ। ਇਸੇ ਸਮੇਂ ਦੇ ਦੌਰਾਨ ਇੱਕ ਹੋਰ ਘਟਨਾ ਘਟਦੀ ਹੈ। ਉਹ ਘਟਨਾ ਕੀ ਹੈ? ਇੱਕ ਹਕੀਕਤ ਸਿੰਘ ਹੈ, ਗੁਰੂ ਦਾ ਸਿੱਖ,
ਸਿਆਲਕੋਟ ਦਾ ਰਹਿਣ ਵਾਲਾ। 1735 ਈਸਵੀ ਦੇ ਵਿੱਚ ਇਹ ਤੁਰਿਆ ਜਾ ਰਿਹਾ ਹੈ, ਆਪਣੇ ਨਗਰ ਦੇ ਵਿੱਚ ਤੁਰਿਆ ਜਾ ਰਿਹਾ ਹੈ। ਉੱਥੇ ਕੁਝ ਮੁਸਲਮਾਨ ਲੜਕੇ ਖੜੇ ਹਨ, ਉਹ ਦੇਵੀ ਦੇਵਤਿਆਂ ਦੇ ਬਾਰੇ ਕੁਝ ਗਲਤ ਗੱਲਾਂ ਕਰ ਰਹੇ ਆ। ਸਨਾਤਨ ਮਤ ਦੇ ਜੋ ਦੇਵੀ ਦੇਵਤੇ ਹੈ ਉਹਨਾਂ ਦੇ ਬਾਰੇ ਕੁਝ ਗਲਤ ਬੋਲ ਰਹੇ ਆ। ਹਕੀਕਤ ਸਿੰਘ ਨੂੰ ਜਦੋਂ ਉਹ ਗੱਲਾਂ ਸੁਣੀਆਂ, ਹਕੀਕਤ ਸਿੰਘ ਉਹਨਾਂ ਮੁਸਲਮਾਨ ਲੜਕਿਆਂ ਦੇ ਕੋਲ ਜਾ ਕੇ ਕਹਿੰਦਾ, ਦੇਵੀ ਦੇਵਤਿਆਂ ਦੀ ਪੂਜਾ ਤਾਂ ਅਸੀਂ ਵੀ ਨਹੀਂ ਕਰਦੇ, ਸਾਡਾ ਵੀ ਸਿਧਾਂਤ ਨਹੀਂ ਹੈ ਦੇਵੀ ਦੇਵਤਿਆਂ ਦੀ ਪੂਜਾ ਕਰਨਾ। ਵੈਸੇ ਇਹ ਗੱਲ ਅੱਜ ਦੇ ਸਮੇਂ ਵਿੱਚ ਨਹੀਂ ਕਹੀ ਜਾ ਸਕਦੀ ਵੀ ਸਿੱਖ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦੇ, ਅੱਜ ਤਾਂ ਕਰਦੇ ਆ। ਅੱਜ ਤਾਂ ਅਸੀਂ ਵੇਖ ਸਕਦੇ ਹਾਂ ਸਿੱਖ ਪਰਿਵਾਰ ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦੇ ਆ, ਦਰਖਤਾਂ ਦੀ ਪੂਜਾ ਵੀ ਕਰਦੇ ਆ, ਮੜੀਆਂ ਦੀ ਵੀ ਪੂਜਾ ਕਰਦੇ ਆ। ਅੱਜ ਉਹ ਕਿਰਦਾਰ ਨਹੀਂ ਰਿਹਾ ਸਿੱਖਾਂ ਦਾ। ਪਰ ਉਸ ਸਮੇਂ ਹਕੀਕਤ ਸਿੰਘ ਉਹਨਾਂ ਨੂੰ ਕਹਿ ਰਹੇ ਹੈ, ਜਿਹੜੇ ਦੇਵੀ ਦੇਵਤਿਆਂ ਦੇ ਬਾਰੇ ਤੁਸੀਂ ਗਲਤ ਬੋਲ ਰਹੇ ਹੋ, ਉਹਨਾਂ ਦੇਵੀ ਦੇਵਤਿਆਂ ਦੀ ਪੂਜਾ ਤਾਂ ਅਸੀਂ ਵੀ ਨਹੀਂ ਕਰਦੇ, ਪਰ ਕਿਸੇ ਦੇ ਇਸ਼ਟ ਦੇ ਬਾਰੇ ਗਲਤ ਬੋਲਣਾ ਇਹ ਸਹੀ ਗੱਲ ਨਹੀਂ, ਇਹ ਤੁਸੀਂ ਗਲਤ ਕਰ ਰਹੇ ਹੋ। ਜੇ ਭਲਾ ਕੋਈ ਸਨਾਤਨ ਮਤ ਦਾ ਵੀਰ ਹਜ਼ਰਤ ਮੁਹੰਮਦ ਸਾਹਿਬ ਦੀ ਜੋ ਲੜਕੀ ਹੈ ਬੀਬੀ ਫਾਤਿਮਾ, ਉਸ ਦੇ ਬਾਰੇ ਕੁਝ ਗਲਤ ਬੋਲ ਦਵੇ, ਤੁਹਾਨੂੰ ਕਿਸ ਤਰ੍ਹਾਂ ਲੱਗੇਗਾ? ਜਦੋਂ ਹਕੀਕਤ ਸਿੰਘ ਨੇ ਇਹ ਗੱਲ ਕਹੀ ਨਾ ਵੀ ਜੇ ਤੁਹਾਡੇ ਇਸ਼ਟ ਦੇ ਬਾਰੇ ਜਾਂ ਜੋ ਤੁਹਾਡੇ ਮਤ ਦੇ ਵਿੱਚ ਔਰਤਾਂ ਹੋਈਆਂ ਹਨ ਉਹਨਾਂ ਦੇ ਬਾਰੇ ਕੋਈ ਹੋਰ ਮਤ ਦਾ ਬੰਦਾ ਗਲਤ ਵਚਨ ਬੋਲੇ, ਤੁਹਾਨੂੰ ਕਿਵੇਂ ਦਾ ਮਹਿਸੂਸ ਹੋਵੇਗਾ? ਬਹੁਤ ਬੁਰਾ ਲੱਗਣਾ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਸਨਾਤਨ ਮਤ ਦੇ ਦੇਵੀ ਦੇਵਤਿਆਂ ਬਾਰੇ ਗਲਤ ਬੋਲਦੇ ਹੋ, ਉਹਨਾਂ ਦੇ ਵੀ ਮਨ ਨੂੰ ਠੇਸ ਪਹੁੰਚਦੀ ਹੋਵੇਗੀ। ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ। ਆਖਰ ਜਿਹੜੇ ਉਹ ਨੌਜਵਾਨ ਲੜਕੇ ਹਨ ਮੁਸਲਮਾਨ, ਜਦੋਂ ਹਕੀਕਤ ਸਿੰਘ ਨੇ ਇਹ ਗੱਲ ਕਹੀ ਨਾ ਵੀ ਤੁਹਾਡੀ ਬੀਬੀ ਫਾਤਿਮਾ ਬਾਰੇ ਕੋਈ ਗਲਤ ਬੋਲੇ, ਤੇ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਆਈ। ਉਹਨਾਂ ਨੇ ਕੀ ਕੀਤਾ, ਜਾ ਕੇ ਜ਼ਕਰੀਆ ਖਾਨ ਦੇ ਕੋਲ ਸ਼ਿਕਾਇਤ ਲਾ ਦਿੱਤੀ, ਹਕੀਕਤ ਸਿੰਘ ਹਜ਼ਰਤ ਮੁਹੰਮਦ ਬਾਰੇ, ਉਹਨਾਂ ਦੀ ਲੜਕੀ ਦੇ ਬਾਰੇ, ਬੀਬੀ ਫਾਤਿਮਾ ਬਾਰੇ ਗਲਤ ਬੋਲਦਾ। ਜ਼ਕਰੀਆ ਖਾਨ ਦੇ ਹੁਕਮ ਤੇ ਹਕੀਕਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਨੂੰ ਨਿਖਾਸ ਚੌਂਕ ਦੇ ਵਿੱਚ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ। 1735 ਈਸਵੀ ਦੀ ਘਟਨਾ ਹੈ। ਇਹ ਹਕੀਕਤ ਸਿੰਘ ਕੌਣ ਹੈ? ਇਹ ਅਸਲ ਦੇ ਵਿੱਚ ਨੰਦ ਲਾਲ ਪੁਰੀ ਜੋ ਸਿਆਲਕੋਟ ਦਾ ਰਹਿਣ ਵਾਲਾ ਹੈ, ਉਹਦੀ ਕੁਲ ਦੇ ਵਿੱਚੋਂ ਹੈ। ਨੰਦ ਲਾਲ ਪੁਰੀ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਿੱਖ ਬਣਿਆ ਸੀ। ਇਸ ਦੇ ਅੱਗੇ 3 ਪੁੱਤਰ ਸਨ, ਬਾਗਮਲ, ਭਾਗਮਲ ਤੇ ਇੱਕ ਲੜਕੀ ਸੀ ਬੀਬੀ ਭਗਵੰਤੀ। ਇਹ ਬੀਬੀ ਭਗਵੰਤੀ ਬੰਦਾ ਸਿੰਘ ਬਹਾਦਰ ਦੀ ਸੱਸ ਹੈ ਤੇ ਇਹ ਜੋ ਲੜਕਾ ਹੈ ਹਕੀਕਤ ਸਿੰਘ, ਇਹ ਬਾਗ ਸਿੰਘ ਦਾ ਲੜਕਾ ਹੈ। ਇਹ ਇੰਨਾ ਕੁ ਪਿਛੋਕੜ ਮੈਂ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਹੈ, ਜਿਹੜੇ ਗੁਰਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਾਂ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਦੇ ਇਤਿਹਾਸ ਨੂੰ ਆਪਾਂ ਵਿਚਾਰ ਰਹੇ ਹਾਂ, ਉਹ ਪੀੜ੍ਹੀ ਦਰ ਪੀੜ੍ਹੀ ਸਿੱਖ ਬਣੇ ਆ ਰਹੇ ਆ। ਆਪਸ ਦੇ ਵਿੱਚ ਬਹੁਤ ਜ਼ਿਆਦਾ ਨੇੜਤਾ ਹੈ, ਆਪਸ ਦੇ ਵਿੱਚ ਰਿਸ਼ਤੇਦਾਰੀਆਂ ਵੀ ਨੇ। ਹੁਣ ਜੇਕਰ ਵੇਖਿਆ ਜਾਵੇ, ਹਕੀਕਤ ਸਿੰਘ ਦੀ ਜਿਹੜੀ ਭੂਆ ਹੈ ਬੀਬੀ ਭਗਵੰਤੀ, ਉਹ ਬੰਦਾ ਸਿੰਘ ਬਹਾਦਰ ਦੀ ਸੱਸ ਹੈ ਰਿਸ਼ਤੇਦਾਰੀ ਦੇ ਵਿੱਚ। ਇਹ ਹਕੀਕਤ ਸਿੰਘ ਨੂੰ 1735 ਈਸਵੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਹੁਣ ਆਪਾਂ ਦੂਸਰਾ ਪੱਖ ਵਿਚਾਰਨਾ।
ਕਿਉਂਕਿ ਫਿਰ ਇਹ ਲੜੀ ਸਹੀ ਤੁਰੀ ਜਾਵੇਗੀ। ਦੂਸਰੇ ਪਾਸੇ ਦਿੱਲੀ ਦਾ ਬਾਦਸ਼ਾਹ ਹੈ ਮੁਹੰਮਦ ਸ਼ਾਹ ਰੰਗੀਲਾ। ਇਹ ਅਯਾਸ ਕਿਸਮ ਦਾ ਬੰਦਾ ਹੈ। ਆਖਰ ਇਹ ਦਿਨੋਂ ਦਿਨ ਕਮਜ਼ੋਰ ਹੁੰਦਾ ਗਿਆ। 1734, 35, 36, 37 ਤੇ 38 ਇਹਨਾਂ ਸਾਲਾਂ ਦੇ ਵਿੱਚ ਇਹ ਬਹੁਤਾ ਕਮਜ਼ੋਰ ਹੋ ਗਿਆ। ਉਹ ਤਾਕਤ ਨਾ ਰਹੀ ਜੋ ਬਾਦਸ਼ਾਹ ਦੇ ਵਿੱਚ ਹੋਣੀ ਚਾਹੀਦੀ ਹੈ। ਆਖਰ ਇਸ ਦਾ ਇੱਕ ਵਜ਼ੀਰ ਹੈ ਅਸਫ ਸ਼ਾਹ। ਉਸਨੇ ਸੋਚਿਆ ਦਿੱਲੀ ਦੇ ਦਰਬਾਰ ਦੇ ਵਿੱਚ ਤਾਂ ਆਪੋ ਧਾਪੀ ਹੋਈ ਪਈ ਹੈ, ਕੋਈ ਕਿਸੇ ਦੀ ਮੰਨਦਾ ਕੋਈ ਨਹੀਂ, ਤੇ ਮੁਹੰਮਦ ਸ਼ਾਹ ਰੰਗੀਲਾ ਕਮਜ਼ੋਰ ਹੋ ਗਿਆ। ਇਹ ਅਸਫ ਸ਼ਾਹ ਨੇ ਕੀ ਕੀਤਾ, 1738 ਈਸਵੀ ਦੇ ਵਿੱਚ ਅਫਗਾਨਿਸਤਾਨ ਦਾ ਜੋ ਬਾਦਸ਼ਾਹ ਨਾਦਰ ਸ਼ਾਹ, ਉਸ ਨੂੰ ਆਪਣੇ ਕੋਲੋਂ ਇੱਕ ਸੁਨੇਹਾ ਪਹੁੰਚਾਇਆ, ਤੁਹਾਨੂੰ ਹਿੰਦੁਸਤਾਨ ਤੇ ਹਮਲਾ ਕਰਕੇ ਇਹਨੂੰ ਆਪਣੇ ਕਬਜ਼ੇ ਅਧੀਨ ਕਰ ਲੈਣਾ ਚਾਹੀਦਾ। ਨਾਦਰ ਸ਼ਾਹ ਨੇ ਜਿਹੜਾ ਪਹਿਲਾ ਹਮਲਾ ਕੀਤਾ ਹੈ ਉਹ ਇੱਥੋਂ ਦੇ ਰਹਿਣ ਵਾਲੇ ਵਜ਼ੀਰ ਨੇ ਅਸਫ ਸ਼ਾਹ ਨੇ ਸੁਨੇਹਾ ਪਹੁੰਚਾਇਆ ਸੀ, ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਕਮਜ਼ੋਰ ਹੋ ਗਿਆ, ਤੁਸੀਂ ਹਮਲਾ ਕਰੋਗੇ ਤੇ ਹਿੰਦੁਸਤਾਨ ਦੇ ਉੱਪਰ ਰਾਜ ਕਰ ਸਕਦੇ ਹੋ। ਹੁਣ ਨਾਦਰ ਸ਼ਾਹ ਕੌਣ ਹੈ, ਇਸ ਦੇ ਬਾਰੇ ਵੀ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ। ਨਾਦਰ ਸ਼ਾਹ 1688 ਦੇ ਵਿੱਚ ਇਸ ਦਾ ਜਨਮ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦਾ 1666 ਦੇ ਵਿੱਚ ਹੋਇਆ ਸੀ। ਇਹ 2 ਕੁ ਸਾਲ ਵੱਡਾ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ, ਜੇਕਰ ਆਪਾਂ ਉਹਨਾਂ ਦੇ ਜਨਮ ਤਰੀਕਾਂ ਦੇ ਮੁਤਾਬਕ ਵੇਖੀਏ। 1688 ਈਸਵੀ ਦੇ ਵਿੱਚ ਇਸ ਦਾ ਜਨਮ ਹੋਇਆ ਅਫਗਾਨਿਸਤਾਨ ਦੇ ਵਿੱਚ ਇਮਾਮ ਕੁਲੀ ਆਜੜੀ ਦੇ ਘਰ ਦੇ ਵਿੱਚ। ਇਮਾਮ ਕੁਲੀ ਇਸ ਦਾ ਪਿਤਾ ਦਾ ਨਾਮ ਹੈ ਤੇ ਇਹ ਇੱਕ ਆਜੜੀ ਸੀ, ਬੱਕਰੀਆਂ ਚਾਰਨ ਵਾਲਾ। ਇਹਦੇ ਘਰ ਦੇ ਵਿੱਚ ਇਸ ਦਾ ਜਨਮ ਹੋਇਆ। 1730 ਈਸਵੀ ਤੱਕ ਨਾਦਰ ਸ਼ਾਹ ਬੱਕਰੀਆਂ ਚਾਰਦਾ ਰਿਹਾ, ਇੱਜੜ ਲਿਜਾਂਦਾ ਰਿਹਾ, ਆਪਣਾ ਜੋ ਪਿਤਾ ਪੁਰਖੀ ਕੰਮ ਸੀ ਉਹ ਕਰਦਾ ਰਿਹਾ। 1730 ਈਸਵੀ ਦੇ ਵਿੱਚ ਇਸਨੇ ਇੱਕ ਹਮਲਾ ਕੀਤਾ, ਛੋਟਾ ਜਿਹਾ ਹਮਲਾ, ਇੱਕ ਕਬੀਲੇ ਨੂੰ ਜਿੱਤ ਲਿਆ। ਉਸ ਤੋਂ ਬਾਅਦ ਦੂਸਰਾ ਹਮਲਾ ਕੀਤਾ, ਕੰਧਾਰ ਨੂੰ ਜਿੱਤ ਲਿਆ, ਫਿਰ ਕਾਬਲ ਤੇ ਕਬਜ਼ਾ ਕੀਤਾ। 1736 ਈਸਵੀ ਦੇ ਵਿੱਚ ਇਹ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। 6 ਸਾਲਾਂ ਦੇ ਵਿੱਚ ਇੰਨੀ ਤਰੱਕੀ ਕੀਤੀ। ਇੱਕ ਭੇਡਾਂ ਚਾਰਨ ਵਾਲਾ ਨੌਜਵਾਨ 1736 ਈਸਵੀ ਦੇ ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਜਾਂਦਾ। ਬਹੁਤ ਸਮਝਦਾਰ ਸੀ, ਬਹੁਤ ਬਹਾਦਰ ਸੀ, ਫਿਰ ਹੀ ਆਖਰ ਬਾਦਸ਼ਾਹ ਬਣਿਆ ਨਾ, ਇੱਕ ਛੋਟੇ ਜਿਹੇ ਕੰਮ ਨੂੰ ਛੱਡ ਕੇ। ਹੁਣ ਬੱਕਰੀਆਂ ਚਾਰਨ ਵਾਲਾ ਬੰਦਾ ਕਦੇ ਸੋਚ ਸਕਦਾ ਵੀ ਮੈਂ ਜਿਹੜੇ ਦੇਸ਼ ਵਿੱਚ ਬੱਕਰੀਆਂ ਚਾਰਦਾ ਇਹਦਾ ਬਾਦਸ਼ਾਹ ਹੋਵਾਂਗਾ? ਲੇਕਿਨ ਨਾਦਰ ਸ਼ਾਹ ਬਹੁਤ ਸਮਝਦਾਰ ਤੇ ਬਹਾਦਰ ਸੀ। 1730 ਦੇ ਵਿੱਚ ਬੱਕਰੀਆਂ ਚਾਰਨ ਵਾਲਾ ਬੰਦਾ 1736 ਈਸਵੀ ਦੇ ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਜਾਂਦਾ। ਇਸ ਨੂੰ ਅਸਫ ਸ਼ਾਹ ਵਜ਼ੀਰ ਨੇ ਆਪਣੇ ਵੱਲੋਂ ਸੁਨੇਹਾ ਭੇਜਿਆ, ਤੁਸੀਂ ਸਮੁੱਚਾ ਅਫਗਾਨਿਸਤਾਨ ਆਪਣੇ ਅਧੀਨ ਕਰ ਲਿਆ, ਜੇਕਰ ਤੁਸੀਂ ਹਿੰਦੁਸਤਾਨ ਤੇ ਹਮਲਾ ਕਰੋ ਤੇ ਇਸ ਦੇ ਉੱਪਰ ਤੁਸੀਂ ਕਬਜ਼ਾ ਕਰ ਸਕਦੇ ਹੋ। ਨਾਦਰ ਸ਼ਾਹ ਬੜਾ ਹੀ ਸਮਝਦਾਰ ਸੀ, ਉਸਨੇ ਹਮਲਾ ਨਹੀਂ ਕੀਤਾ। ਉਸਨੇ ਆਪਣੇ ਦਰਬਾਰ ਦੇ ਵਿੱਚੋਂ ਕੁਝ ਬੰਦੇ ਇੱਥੇ ਹਿੰਦੁਸਤਾਨ ਦੇ ਵਿੱਚ ਦਿੱਲੀ ਦਰਬਾਰ ਵਿਖੇ ਭੇਜੇ ਮੁਹੰਮਦ ਸ਼ਾਹ ਰੰਗੀਲਾ ਦੇ ਕੋਲ। ਇੱਥੋਂ ਦੇ ਬਾਦਸ਼ਾਹ ਨੂੰ, ਮੁਹੰਮਦ ਸ਼ਾਹ ਰੰਗੀਲਾ ਨੂੰ, ਉਹ ਨੁਮਾਇੰਦੇ ਆ ਕੇ ਕਹਿੰਦੇ ਆ ਵੀ ਤੁਸੀਂ ਸਾਨੂੰ ਟੈਕਸ ਦੇਵੋ, ਸਾਨੂੰ ਖੈਰਾਜ ਦੇਵੋ, ਜੇਕਰ ਤੁਸੀਂ ਸਾਨੂੰ ਟੈਕਸ ਨਹੀਂ ਦੇਵੋਗੇ ਤਾਂ ਅਸੀਂ ਹਮਲਾ ਕਰਾਂਗੇ। ਮੁਹੰਮਦ ਸ਼ਾਹ ਰੰਗੀਲਾ ਅਤੇ ਇਸ ਦੇ ਜੋ ਨਾਲ ਦੇ ਹੋਰ ਵਜ਼ੀਰ ਨੇ, ਹਾਕਮ ਨੇ, ਇਹਨਾਂ ਨੇ ਕੀ ਕੀਤਾ, ਉਹ ਨੁਮਾਇੰਦਿਆਂ ਨੂੰ ਟੈਕਸ ਤਾਂ ਕੀ ਦੇਣਾ ਸੀ, ਉਹਨਾਂ ਦੀ ਤੋਹੀਨ ਕੀਤੀ, ਬੇਇੱਜ਼ਤੀ ਕੀਤੀ, ਆਪਣੇ ਦਰਬਾਰ ਦੇ ਵਿੱਚੋਂ ਭਜਾ ਦਿੱਤੇ ਅਫਗਾਨਿਸਤਾਨ ਨੂੰ।
ਜਦੋਂ ਉਹ ਨਾਦਰ ਸ਼ਾਹ ਨੂੰ ਜਾ ਕੇ ਦੱਸਦੇ ਆ ਵੀ ਉਹ ਟੈਕਸ ਨਹੀਂ ਦੇਣਗੇ, ਉਹ ਕੋਈ ਖੈਰਾਜ ਨਹੀਂ ਦੇਣਗੇ, ਨਾ ਉਹਨਾਂ ਨੂੰ ਤੁਹਾਡੇ ਤੋਂ ਕੋਈ ਡਰ ਹੈ, ਤੁਸੀਂ ਚਾਹੇ ਹਮਲਾ ਕਰੋ ਚਾਹੇ ਨਾ ਕਰੋ। ਉਹਨਾਂ ਨੇ ਤਾਂ ਸਾਡੀ ਵੀ ਤੋਹੀਨ ਕੀਤੀ ਹੈ, ਸਾਨੂੰ ਭਜਾ ਦਿੱਤਾ ਹੈ। ਜਦੋਂ ਇਹ ਗੱਲਾਂ ਜਾ ਕੇ ਨਾਦਰ ਸ਼ਾਹ ਨੂੰ ਦੱਸੀਆਂ ਜਾਂਦੀਆਂ, ਫਿਰ ਨਾਦਰ ਸ਼ਾਹ ਮਾਰਚ ਮਹੀਨੇ ਦੇ ਵਿੱਚ 1739 ਈਸਵੀ ਨੂੰ ਇੱਥੇ ਹਮਲਾ ਕਰਦਾ ਹਿੰਦੁਸਤਾਨ ਤੇ, ਪਹਿਲਾ ਹਮਲਾ। ਪਹਿਲਾਂ ਉਹ ਲਾਹੌਰ ਦੇ ਵਿੱਚ ਆਵੇਗਾ, ਲਾਹੌਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਦਿੱਲੀ ਜਾਣਾ ਉਸਨੇ। ਜੇਕਰ ਅਸੀਂ ਲਾਹੌਰ ਗਏ ਆ, ਸਾਡੇ ਵਿੱਚੋਂ ਕੁਝ ਵੀਰ ਪਾਕਿਸਤਾਨ ਗਏ ਹੋ ਸਕਦੇ ਆ, ਉਹਨਾਂ ਨੂੰ ਪਤਾ ਹੈ ਲਾਹੌਰ ਕਿੱਥੇ ਹੈ ਤੇ ਅੰਮ੍ਰਿਤਸਰ ਕਿੰਨੀ ਕੁ ਦੂਰੀ 'ਤੇ ਹੈ ਲਾਹੌਰ ਤੋਂ, ਜਾਂ ਨਕਸ਼ੇ 'ਤੇ ਵੇਖਣਾ ਪਵੇਗਾ, ਫਿਰ ਸਾਨੂੰ ਹਿਸਾਬ ਲੱਗ ਜਾਵੇਗਾ ਵੀ ਉਹ ਕਿਹੜੇ ਰੂਟ ਦੇ ਉੱਪਰ ਦੀ ਆਇਆ ਹਮਲਾ ਕਰਨ। ਜਦੋਂ ਜ਼ਕਰੀਆ ਖਾਨ ਨੂੰ ਪਤਾ ਲੱਗਿਆ ਵੀ ਨਾਦਰ ਸ਼ਾਹ ਆ ਰਹੇ ਹੈ, ਉਹਨੇ ਸਭ ਤੋਂ ਪਹਿਲਾਂ ਲਾਹੌਰ ਨੂੰ ਉਜਾੜਨਾ ਹੈ। ਜ਼ਕਰੀਆ ਖਾਨ ਆਪਣੇ ਵਜ਼ੀਰ ਲਖਪਤ ਰਾਏ ਨੂੰ ਨਾਲ ਲੈ ਕੇ ਤੇ 30 ਲੱਖ ਰੁਪਈਆ ਉਸ ਸਮੇਂ ਨਾਦਰ ਸ਼ਾਹ ਨੂੰ ਲਾਹੌਰ ਤੋਂ ਬਾਹਰ ਮਿਲਦਾ, ਉਸ ਦਾ ਸਵਾਗਤ ਕਰਦਾ ਤੇ 30 ਲੱਖ ਰੁਪਈਆ ਟੈਕਸ ਦੇ ਰੂਪ ਦੇ ਵਿੱਚ ਉਸ ਨੂੰ ਦਿੰਦਾ ਹੈ, ਤੇ ਨਾਲ ਇਹ ਗੱਲ ਕਹਿੰਦਾ ਵੀ ਤੁਸੀਂ ਲਾਹੌਰ ਨੂੰ ਉਜਾੜਿਓ ਨਾ, ਲਾਹੌਰ ਤੇ ਹਮਲਾ ਨਾ ਕਰਿਓ। ਹੁਣ ਜ਼ਕਰੀਆ ਖਾਨ ਨੇ ਪਹਿਲਾਂ ਹੀ ਈਨ ਮੰਨ ਲਈ ਹੈ ਉਸ ਦੀ, 30 ਲੱਖ ਰੁਪਈਆ ਉਸ ਨੂੰ ਦੇ ਦਿੱਤਾ ਉਸ ਸਮੇਂ ਦੇ ਵਿੱਚ। ਨਾਦਰ ਸ਼ਾਹ ਲਾਹੌਰ ਦੇ ਉੱਪਰ ਕੋਈ ਹਮਲਾ ਨਹੀਂ ਕਰਦਾ, ਤੇ ਆਉਂਦਾ ਉਹ ਜ਼ਕਰੀਆ ਖਾਨ ਨੂੰ ਉੱਥੋਂ ਦਾ ਸੂਬੇਦਾਰ ਬਣਾਇਆ ਹੁੰਦਾ। ਪਹਿਲਾਂ ਵੀ ਜ਼ਕਰੀਆ ਖਾਨ ਸੂਬੇਦਾਰ ਹੈ, ਪਹਿਲਾਂ ਮੁਹੰਮਦ ਸ਼ਾਹ ਰੰਗੀਲੇ ਵੱਲੋਂ ਬਣਾਇਆ ਹੋਇਆ, ਹੁਣ ਲਾਹੌਰ ਦੇ ਉੱਪਰ ਨਾਦਰ ਸ਼ਾਹ ਦਾ ਕਬਜ਼ਾ ਹੋ ਗਿਆ। ਨਾਦਰ ਸ਼ਾਹ ਨੇ ਵੀ ਉਸੇ ਨੂੰ ਸੂਬੇਦਾਰ ਬਣਾਤਾ ਵੀ ਤੂੰ ਇੱਥੇ ਸੂਬੇਦਾਰੀ ਕਰੀ ਚੱਲ। ਨਾਦਰ ਸ਼ਾਹ ਲਾਹੌਰ ਤੋਂ ਅੰਮ੍ਰਿਤਸਰ ਆਉਂਦਾ ਹੈ, ਸਿੱਖਾਂ ਨੂੰ ਨਹੀਂ ਉਹ ਜਾਣਦਾ ਵੀ ਸਿੱਖ ਕੌਣ ਨੇ, ਉਸ ਨੂੰ ਨਹੀਂ ਪਤਾ। ਅੰਮ੍ਰਿਤਸਰ ਦੇ ਉੱਪਰ ਕੋਈ ਹਮਲਾ ਨਹੀਂ ਕਰਦਾ, ਉਹ ਸਿੱਧਾ ਦਿੱਲੀ ਨੂੰ ਚਲਿਆ ਜਾਂਦਾ। ਦਿੱਲੀ ਵਿਖੇ ਪਹੁੰਚਦਾ ਹੈ। ਦਿੱਲੀ ਤੇ ਹਮਲਾ ਕਰਨ ਤੋਂ ਪਹਿਲਾਂ ਉਹ ਮੁਹੰਮਦ ਸ਼ਾਹ ਰੰਗੀਲੇ ਨੂੰ ਇੱਕ ਸੁਨੇਹਾ ਪਹੁੰਚਾਉਂਦਾ ਹੈ, ਨਹੀਂ ਅਸੀਂ ਦਿੱਲੀ ਦੇ ਉੱਪਰ ਹਮਲਾ ਕਰਾਂਗੇ, ਇਸ ਨੂੰ ਉਜਾੜ ਦੇਵਾਂਗੇ, ਤੇ ਨਹੀਂ ਤੁਸੀਂ ਟੈਕਸ ਦੇ ਰੂਪ ਦੇ ਵਿੱਚ ਸਾਨੂੰ 30 ਕਰੋੜ ਰੁਪਈਆ ਜੋ ਟੈਕਸ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਜਾਵੇ। ਬਹੁਤ ਜ਼ਿਆਦਾ ਵੱਡੀ ਰਕਮ ਦੀ ਮੰਗ ਰੱਖੀ ਗਈ ਹੈ, 30 ਕਰੋੜ ਰੁਪਈਆ ਉਸ ਸਮੇਂ ਦੇ ਵਿੱਚ। ਅੱਜ ਵੀ ਬਹੁਤ ਵੱਡੀ ਰਕਮ ਹੈ 30 ਕਰੋੜ ਤਾਂ, ਤੇ ਉਸ ਸਮੇਂ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਵੱਡੀ ਰਕਮ ਹੈ। ਆਖਰ ਮੁਹੰਮਦ ਸ਼ਾਹ ਰੰਗੀਲਾ ਉਸ ਨੂੰ ਸੁਨੇਹਾ ਪਹੁੰਚਾਉਂਦਾ ਵੀ ਤੁਸੀਂ ਦਿੱਲੀ ਤੇ ਹਮਲਾ ਨਾ ਕਰੋ, ਤੁਸੀਂ ਦਰਬਾਰ ਦੇ ਵਿੱਚ ਆਵੋ, ਜਿੰਨਾ ਧਨ ਦੌਲਤ ਸਾਡੇ ਕੋਲ ਹੈ ਅਸੀਂ ਤੁਹਾਨੂੰ ਸਾਰਾ ਹੀ ਦੇ ਦੇਵਾਂਗੇ, ਪਰ 30 ਕਰੋੜ ਰੁਪਈਆ ਤਾਂ ਸਾਡੇ ਕੋਲ ਵੀ ਨਹੀਂ ਹੈ, ਅਸੀਂ ਕਿੱਥੋਂ ਦੇ ਦਈਏ ਤੁਹਾਨੂੰ ਇੰਨਾ ਵੱਡਾ ਟੈਕਸ, ਇੰਨੀ ਵੱਡੀ ਰਕਮ ਸਾਡੇ ਕੋਲ ਨਹੀਂ ਹੈ। ਆਖਰ ਮੁਹੰਮਦ ਸ਼ਾਹ ਰੰਗੀਲੇ ਦੇ ਦਰਬਾਰ ਦੇ ਵਿੱਚ ਨਾਦਰ ਸ਼ਾਹ ਬਿਨਾਂ ਹਮਲਾ ਕਰੇ ਤੋਂ ਪਹੁੰਚਦਾ ਹੈ। ਮੁਹੰਮਦ ਸ਼ਾਹ ਰੰਗੀਲਾ ਵੀ ਕਮਜ਼ੋਰ ਬਾਦਸ਼ਾਹ, ਉਸਨੇ ਕੋਈ ਹਮਲਾ ਨਹੀਂ ਕੀਤਾ, ਕੋਈ ਜੰਗ ਨਹੀਂ ਕੀਤੀ, ਕੋਈ ਲੜਾਈ ਨਹੀਂ ਕੀਤੀ। ਉਸ ਸਮੇਂ ਜਦੋਂ ਦਰਬਾਰ ਦੇ ਵਿੱਚ ਨਾਦਰ ਸ਼ਾਹ ਪਹੁੰਚਦਾ ਹੈ, ਉਹ ਧਨ ਦੌਲਤ ਸਾਰਾ ਹੀ ਮੰਨਿਆ ਮੁਹੰਮਦ ਸ਼ਾਹ ਰੰਗੀਲੇ ਨੇ ਵੀ ਤੁਸੀਂ ਸਾਰਾ ਹੀ ਲੈ ਜਾਵੋ। ਉਦੋਂ ਦਿੱਲੀ ਦਰਬਾਰ ਦੇ ਵਿੱਚੋਂ ਜੋ ਨਾਦਰ ਸ਼ਾਹ ਨੂੰ ਰਕਮ ਪ੍ਰਾਪਤ ਹੋਈ ਹੈ ਉਹ 9 ਕਰੋੜ ਰੁਪਈਆ, 9 ਕਰੋੜ ਰੁਪਈਆ ਇਹ ਲੁੱਟ ਲਿਆ ਗਿਆ ਦਿੱਲੀ ਦਰਬਾਰ ਦੇ ਵਿੱਚੋਂ ਨਾਦਰ ਸ਼ਾਹ ਵੱਲੋਂ। ਇੱਕ ਕੋਹੇ ਨੂਰ ਹੀਰਾ ਇਹ ਲੁੱਟਿਆ ਗਿਆ। ਇਹ ਨਾਦਰ ਸ਼ਾਹ ਕੋਹੇ ਨੂਰ ਹੀਰੇ ਨੂੰ ਲੈ ਕੇ ਅਫਗਾਨਿਸਤਾਨ ਜਾਵੇਗਾ। ਇਹ ਹੀਰੇ ਨੂੰ ਯਾਦ ਰੱਖਣਾ, ਇਹ ਦਰਬਾਰੇ ਵਾਪਸ ਆਵੇਗਾ ਇੱਥੇ ਲਾਹੌਰ ਦਰਬਾਰ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਨੇ ਇਸ ਹੀਰੇ ਨੂੰ ਜਿੱਤ ਲੈਣਾ ਹੈਗਾ ਬਾਅਦ ਦੇ ਵਿੱਚ। ਇਹ ਕੋਹੇ ਨੂਰ ਹੀਰਾ ਇਸੇ ਹੀ ਤਰ੍ਹਾਂ ਸਫ਼ਰ ਕਰਦਾ ਰਿਹਾ, ਵੱਖ-ਵੱਖ ਬਾਦਸ਼ਾਹਾਂ ਦੇ ਕੋਲ ਆਉਂਦਾ ਜਾਂਦਾ ਰਿਹਾ। ਅਖੀਰ ਮਹਾਰਾਜਾ ਰਣਜੀਤ ਸਿੰਘ ਦੇ
ਕੋਲ ਵੀ ਇਹ ਆਇਆ। ਕੋਹੇ ਨੂਰ ਹੀਰਾ ਸਿੱਖਾਂ ਦੇ ਕੋਲ ਰਹੇ ਹੈ। ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਸਿੱਖਾਂ ਦੇ ਕੋਲੋਂ ਇਹ ਕੋਹੇ ਨੂਰ ਹੀਰਾ ਪ੍ਰਾਪਤ ਕੀਤਾ ਗਿਆ ਅੰਗਰੇਜ਼ਾਂ ਵੱਲੋਂ। ਅੱਜ ਇਹ ਇੰਗਲੈਂਡ ਦੀ ਧਰਤੀ ਦੇ ਉੱਪਰ ਹੈ, ਅੱਜ ਵੀ ਹੈ ਇਹ ਹੀਰਾ। ਬਾਕੀ ਇਹ ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇਹ ਹੀਰਾ ਆਵੇਗਾ ਨਾ, ਉਦੋਂ ਆਪਾਂ ਇਸ ਹੀਰੇ ਦੇ ਇਤਿਹਾਸ ਨੂੰ ਵੀ ਵਿਚਾਰਾਂਗੇ ਵੀ ਇਹ ਕਿਹੜੇ ਕਿਹੜੇ ਬਾਦਸ਼ਾਹ ਦੇ ਕੋਲ ਕਿੰਨਾ ਕਿੰਨਾ ਸਮਾਂ ਉਹਨਾਂ ਨੇ ਰੱਖਿਆ ਜਾਂ ਕਿਵੇਂ ਜਿੱਤਿਆ, ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇਹ ਆਉਂਦਾ, ਕਿਵੇਂ ਇੰਗਲੈਂਡ ਚਲਿਆ ਜਾਂਦਾ। ਅੱਜ ਇਹ ਇੰਗਲੈਂਡ ਦੇ ਵਿੱਚ ਹੈ। ਸੋ ਇਹ ਕੋਹੇ ਨੂਰ ਹੀਰੇ ਨੂੰ ਵੀ ਲੁੱਟਿਆ ਜਾਂਦਾ। 1000 ਹਾਥੀ ਅਤੇ ਹੋਰ ਊਂਠ ਬਹੁਤ ਜ਼ਿਆਦਾ ਸਮਾਨ ਲੁੱਟ ਲਿਆ ਜਾਂਦਾ। ਨਾਦਰ ਸ਼ਾਹ ਦਿੱਲੀ ਦਰਬਾਰ ਦੇ ਵਿੱਚ ਬੈਠਾ ਹੈਗਾ, ਆਖਰ ਉਸਨੇ ਜਿੱਤ ਪ੍ਰਾਪਤ ਕਰ ਲਈ ਹੈ। ਇੰਨੇ ਨੂੰ ਕੀ ਹੁੰਦਾ, ਦਿੱਲੀ ਦੇ ਵਿੱਚ ਇੱਕ ਐਵੇਂ ਹੀ ਗੱਲ ਫੈਲਾ ਦਿੱਤੀ ਜਾਂਦੀ ਹੈ ਵੀ ਨਾਦਰ ਸ਼ਾਹ ਦਾ ਤਾਂ ਕਤਲ ਕਰ ਦਿੱਤਾ ਗਿਆ ਦਰਬਾਰ ਦੇ ਵਿੱਚ। ਮੁਹੰਮਦ ਸ਼ਾਹ ਰੰਗੀਲੇ ਦੇ ਵੱਲੋਂ ਉਹਦਾ ਧੋਖੇ ਦੇ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਇਹ ਗੱਲ ਫੈਲ ਜਾਂਦੀ ਹੈ, ਇੱਕ ਝੂਠੀ ਅਫਵਾਹ ਹੈ, ਦਿੱਲੀ ਦੇ ਲੋਕ ਕੀ ਕਰਦੇ ਹੈ, ਨਾਦਰ ਸ਼ਾਹ ਦੀ ਫੌਜ ਦੇ ਕੁਝ ਬੰਦਿਆਂ ਨੂੰ ਮਾਰ ਦਿੰਦੇ ਹੈ। ਜਦੋਂ ਨਾਦਰ ਸ਼ਾਹ ਨੂੰ ਇਹ ਖਬਰ ਮਿਲਦੀ ਹੈ ਵੀ ਮੇਰੇ ਬਾਰੇ ਝੂਠੀ ਅਫਵਾਹ ਫੈਲੀ ਹੋਈ ਹੈ ਤੇ ਮੇਰੇ ਫੌਜ ਦੇ ਬੰਦਿਆਂ ਦਾ ਕਤਲ ਕਰ ਦਿੱਤਾ ਹੈ, ਨਾਦਰ ਸ਼ਾਹ ਆਪਣੀ ਤਲਵਾਰ ਨੂੰ ਮਿਆਨ ਦੇ ਵਿੱਚੋਂ ਬਾਹਰ ਕੱਢ ਕੇ ਰੱਖ ਦਿੰਦਾ ਹੈ ਅਤੇ ਆਪਣੀ ਫੌਜ ਨੂੰ ਹੁਕਮ ਦਿੰਦਾ ਹੈ, ਉਹਨਾਂ ਸਮਾਂ ਦਿੱਲੀ ਦੇ ਵਿੱਚ ਕਤਲੇਆਮ ਬੰਦ ਨਹੀਂ ਹੋਣਾ ਚਾਹੀਦਾ ਜਿੰਨਾ ਸਮਾਂ ਆਹ ਤਲਵਾਰ ਦੁਬਾਰੇ ਮੈਂ ਮਿਆਨ ਵਿੱਚ ਨਹੀਂ ਪਾਉਂਦਾ। ਦਿੱਲੀ ਦੇ ਵਿੱਚ ਇੰਨਾ ਜ਼ਿਆਦਾ ਕਤਲੇਆਮ ਕੀਤਾ ਜਾਂਦਾ, 1,10,000 ਬੰਦਾ ਮਾਰ ਦਿੱਤਾ ਜਾਂਦਾ। ਇੰਨਾ ਵੱਡਾ ਕਤਲੇਆਮ ਕੀਤਾ ਗਿਆ 1739 ਈਸਵੀ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ। ਦਿੱਲੀ ਦੇ ਵਿੱਚ ਕਤਲੇਆਮ ਇੰਨਾ ਜ਼ਿਆਦਾ ਕਰ ਦਿੱਤਾ ਗਿਆ। ਅੱਜ ਵੀ ਜਦੋਂ ਕਿਤੇ ਕਤਲੇਆਮ ਹੁੰਦਾ ਹੈ ਤੇ ਮੁਹਾਵਰਾ ਇਹ ਵਰਤਿਆ ਜਾਂਦਾ ਵੀ ਇਹ ਤਾਂ ਨਾਦਰ ਸ਼ਾਹੀ ਕਤਲੇਆਮ ਹੈ। ਇੰਨਾ ਵੱਡਾ ਕਤਲੇਆਮ ਕੀਤਾ ਉਸ ਸਮੇਂ ਦੇ ਵਿੱਚ, 1,10,000 ਬੰਦਾ ਕਤਲ ਕਰ ਦਿੱਤਾ ਗਿਆ। ਆਖਰ ਮੁਹੰਮਦ ਸ਼ਾਹ ਰੰਗੀਲਾ ਨਾਦਰ ਸ਼ਾਹ ਦੇ ਕੋਲ ਰੋਇਆ ਵੀ ਇਹ ਤੁਸੀਂ ਹਮਲਾ ਬੰਦ ਕਰੋ, ਕਤਲੇਆਮ। ਮੈਂ ਤੁਹਾਨੂੰ ਆਪਣੀ ਲੜਕੀ ਦਾ ਡੋਲਾ ਵੀ ਦਿੰਦਾ ਹਾਂ। ਮੁਹੰਮਦ ਸ਼ਾਹ ਰੰਗੀਲੇ ਨੇ ਇਹ ਸਮਝੌਤਾ ਕੀਤਾ ਵੀ ਕਤਲੇਆਮ ਨਾ ਕਰੋ, ਮੈਂ ਆਪਣੀ ਲੜਕੀ ਦਾ ਡੋਲਾ ਤੁਹਾਡੇ ਲੜਕੇ ਨੂੰ ਦਿੰਦਾ ਹਾਂ। ਨਾਦਰ ਸ਼ਾਹ ਦੇ ਲੜਕੇ ਦੇ ਨਾਲ, ਜਿਹਦਾ ਨਾਮ ਨਾਸ਼ਰ ਸ਼ਾਹ ਹੈ, ਉਹਦੇ ਨਾਲ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਦਾ ਵਿਆਹ ਹੁੰਦਾ ਹੈ। ਇੰਨਾ ਜ਼ਿਆਦਾ ਧਨ ਦੌਲਤ ਲੁੱਟ ਕੇ ਨਾਦਰ ਸ਼ਾਹ 9 ਕਰੋੜ ਰੁਪਈਆ, ਹਜ਼ਾਰਾਂ ਹਾਥੀ, ਹਜ਼ਾਰਾਂ ਹੀ ਊਠ, ਕੋਹੇ ਨੂਰ ਹੀਰਾ ਤੇ 10,000 ਹਿੰਦੁਸਤਾਨ ਦੀਆਂ ਲੜਕੀਆਂ ਨੂੰ ਗੁਲਾਮ ਬਣਾਇਆ ਗਿਆ। ਉਸ ਸਮੇਂ ਜਿਹੜੇ ਨੌਜਵਾਨ ਲੜਕੇ ਹੈ ਜਿਨ੍ਹਾਂ ਦੇ ਵਿੱਚ ਕੋਈ ਗੁਣ ਹੈ, ਜਿਵੇਂ ਕੋਈ ਰਾਜ ਮਿਸਤਰੀ ਹੈ, ਕਿਸੇ ਵੀ ਤਰ੍ਹਾਂ ਦਾ ਗੁਣ ਹੈ, ਉਹਨਾਂ ਨੂੰ ਵੀ ਗੁਲਾਮ ਬਣਾਇਆ ਗਿਆ। ਇਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਹੈ। ਜਦੋਂ ਅਫਗਾਨਿਸਤਾਨ ਦੇ ਵੱਲੋਂ ਕੋਈ ਵੀ ਬਾਦਸ਼ਾਹ ਆਇਆ ਨਾ, ਉਸਨੇ ਹਿੰਦੁਸਤਾਨ ਨੂੰ ਲੁੱਟਿਆ। ਜਿੱਥੇ ਧਨ ਦੌਲਤ, ਸੋਨਾ ਚਾਂਦੀ, ਹੀਰੇ ਜਵਾਹਰਾਤ ਲੁੱਟੇ ਹੈ, ਉੱਥੇ ਇੱਥੋਂ ਦੀ ਨੌਜਵਾਨੀ ਨੂੰ ਵੀ ਲੁੱਟਿਆ ਗਿਆ। ਇੱਥੋਂ ਦੀਆਂ ਲੜਕੀਆਂ ਨੂੰ ਲਿਜਾ ਕੇ ਅਫਗਾਨਿਸਤਾਨ ਦੇ ਵਿੱਚ ਮੰਡੀਆਂ ਦੇ ਵਿੱਚ ਵੇਚਿਆ ਜਾਂਦਾ ਰਿਹਾ। ਇਸ ਨੇ ਵੀ 10,000 ਲੜਕੀ ਨੂੰ ਗੁਲਾਮ ਬਣਾਇਆ ਹੈ ਤੇ ਨਾਦਰ ਸ਼ਾਹ ਇਹ ਸਾਰਾ ਕੁਝ ਲੁੱਟ ਕੇ ਵਾਪਸ ਜਾ ਰਿਹਾ ਹੈ। ਲੇਕਿਨ ਜਦੋਂ ਇਹ ਚਨਾਬ ਦੇ ਕਿਨਾਰੇ ਤੇ ਪਹੁੰਚਦਾ ਹੈ, ਜ਼ਕਰੀਆ ਖਾਨ ਤੇ ਲਖਪਤ ਰਾਏ ਇਹ ਦੋਵੇਂ ਇਸ ਨੂੰ ਛੱਡਣ ਜਾ ਰਹੇ ਹੈ। ਚਨਾਬ ਦੇ ਕਿਨਾਰੇ ਤੇ ਸਿੱਖ ਇਸ ਦੇ ਉੱਪਰ ਹਮਲਾ ਕਰਦੇ ਹੈ। ਹੁਣ ਇਸ ਦਾ ਸਿੱਖਾਂ ਦੇ ਨਾਲ ਸੰਬੰਧ ਜੁੜੇਗਾ। ਪਹਿਲਾਂ ਇਸ ਨੇ ਆਉਣ ਸਮੇਂ ਅੰਮ੍ਰਿਤਸਰ ਤੇ ਕੋਈ ਹਮਲਾ ਨਹੀਂ ਕੀਤਾ। ਅੰਮ੍ਰਿਤਸਰ ਦੇ ਵਿੱਚ ਹੀ ਜ਼ਿਆਦਾ ਸਿੱਖ ਰਹਿੰਦੇ ਆ, ਇਸ ਇਲਾਕੇ ਦੇ ਵਿੱਚ ਕੋਈ ਹਮਲਾ ਨਹੀਂ ਕੀਤਾ। ਇਹ ਸਿੱਖਾਂ ਨੂੰ ਜਾਣਦਾ ਕੋਈ ਨਹੀਂ। ਲੇਕਿਨ ਹੁਣ ਇਹ ਸਿੱਖਾਂ ਨੂੰ ਜਾਣ ਲਵੇਗਾ
ਜਦੋਂ ਝਨਾਬ ਦੇ ਕਿਨਾਰੇ ਤੇ ਪਹੁੰਚਦਾ ਸਿੱਖ ਇਸ ਦੇ ਉੱਪਰ ਹਮਲਾ ਕਰਦੇ ਆ। ਇਹਦਾ ਕਾਫਲਾ ਬਹੁਤ ਲੰਬੇਰਾ ਹੈ, ਬਹੁਤ ਲੰਬੇਰਾ ਕਾਫਲਾ ਹੈ। ਸਿੱਖ 10,000 ਲੜਕੀਆਂ ਨੂੰ ਛਡਵਾ ਲੈਂਦੇ ਆ ਤੇ ਨਾਲ ਇਸ ਦਾ ਬਹੁਤ ਜ਼ਿਆਦਾ ਧਨ ਦੌਲਤ ਵੀ ਲੁੱਟ ਲੈਂਦੇ ਆ। ਇਹ ਆਖਰ ਲਾਹੌਰ ਦੇ ਵਿੱਚ ਪਹੁੰਚਦਾ ਹੈ। ਲਾਹੌਰ ਦੇ ਵਿੱਚ ਜ਼ਕਰੀਆ ਖਾਨ ਤੇ ਲਖਪਤ ਰਾਏ ਜੋ ਉਸ ਦਾ ਵਜ਼ੀਰ ਹੈ, ਉਸ ਨੂੰ ਸਾਹਮਣੇ ਬਿਠਾ ਕੇ ਉੱਥੇ ਗੱਲ ਕਰਦਾ ਵੀ ਇਹੋ ਜਿਹੇ ਕਿਹੜੇ ਲੋਕ ਹੈ ਜਿਨ੍ਹਾਂ ਨੇ ਨਾਦਰ ਸ਼ਾਹ ਨੂੰ ਲੁੱਟ ਲਿਆ। ਨਾਦਰ ਸ਼ਾਹ ਅਫਗਾਨਿਸਤਾਨ ਤੋਂ ਤੁਰਿਆ, ਸਾਹਮਣੇ ਕਿਸੇ ਵੀ ਦੁਸ਼ਮਣ ਨੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਾਰਿਆਂ ਨੇ ਈਨ ਮੰਨੀ ਹੈ। ਇੱਥੋਂ ਤੱਕ ਕਿ ਦਿੱਲੀ ਦਾ ਬਾਦਸ਼ਾਹ ਵੀ ਈਨ ਮੰਨ ਗਿਆ। ਜਦੋਂ ਮੈਂ ਲੁੱਟ ਕੇ ਵਾਪਸ ਜਾ ਰਹੇ ਹਾਂ, ਇਹ ਕਿਹੜੇ ਲੋਕ ਹੈ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ, ਜਿਨ੍ਹਾਂ ਨੇ 10,000 ਲੜਕੀਆਂ ਨੂੰ ਛਡਵਾ ਲਿਆ ਤੇ ਮੇਰਾ ਧਨ ਦੌਲਤ ਲੁੱਟਿਆ, ਇਹ ਕੌਣ ਲੋਕ ਨੇ? ਜ਼ਕਰੀਆ ਖਾਨ ਤੇ ਲਖਪਤ ਰਾਏ ਵਜ਼ੀਰ ਫਿਰ ਇਸ ਨੂੰ ਦੱਸਦੇ ਆ ਵੀ ਇਹ ਸਿੱਖ ਨੇ। ਆਖਰ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਲਖਪਤ ਰਾਏ, ਜ਼ਕਰੀਆ ਖਾਨ ਤੇ ਨਾਦਰ ਸ਼ਾਹ ਦੇ ਵਿਚਕਾਰ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਉਸ ਤੋਂ ਬਾਅਦ ਨਾਦਰ ਸ਼ਾਹ ਸਿੱਖਾਂ ਦੇ ਨਾਲ ਕਈ ਜੰਗਾਂ ਕਰੇਗਾ। ਹੁਣ ਬਾਅਦ ਦੇ ਵਿੱਚ ਇਹਨੇ ਹਮਲੇ ਕਰਨੇ ਹੈ ਹਿੰਦੁਸਤਾਨ ਦੇ ਉੱਪਰ, ਤੇ ਉਹਨਾਂ ਸਾਰੇ ਹਮਲਿਆਂ ਦਾ ਮਕਸਦ ਹੀ ਇਹ ਹੋਣਾ ਵੀ ਸਿੱਖਾਂ ਨੂੰ ਖਤਮ ਕਰਨਾ ਇਸ ਧਰਤੀ ਦੇ ਉੱਪਰੋਂ, ਕਿਉਂਕਿ ਇਹ ਸਿੱਖਾਂ ਨੇ ਇਹਨੂੰ ਜਾਂਦੇ ਹੋਏ ਲੁੱਟ ਲਿਆ, 10,000 ਲੜਕੀਆਂ ਨੂੰ ਛਡਵਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।